ਹਾਲਾਂਕਿ ਇੱਥੋਂ ਤੱਕ ਉਹਨਾਂ ਨੇ ਥੱਲੇ ਉਤਰਨਾ, ਕੋਈ ਬਾਈਕ ਖੜੀ ਹੈ ਜਾਂ ਕੋਈ ਚੀਜ਼ ਖੜੀ ਹੈ, ਉਹਨੇ ਲੱਤ ਮਾਰ ਕੇ ਸਾੜ ਦੇਣੀ ਆ, ਕਿੰਨੇ ਖਿਲਾਰੀ ਹੈ ਫਲਾਣ ਢੀਨ ਹੈ, ਜੋ ਕੁਝ ਵੀ ਇਸ ਤਰ੍ਹਾਂ ਬਦਤਮੀਜ਼ੀ ਕਰਦੇ ਸੀ ਪੂਰੀ ਮਾਰਕੀਟ ਦੇ ਨਾਲ। ਭਾਜੀ ਤੁਸੀਂ ਵੀ ਇੱਥੇ ਦੇ ਹੀ ਹੋ? ਬਿਲਕੁਲ ਇੱਥੇ। ਕੀ ਕਰਦੇ ਹੋ? ਮੈਂ ਤੇ ਕੰਮ ਕਰਨਾ। ਕੀ ਕੰਮ ਕਰਦੇ ਹੋ? ਪਰਚੂਨ ਦੀ ਦੁਕਾਨ ਤੇ ਤੁਸੀਂ ਕੀ ਵੇਖਿਆ? ਬਿਲਕੁਲ ਇਸ ਤਰ੍ਹਾਂ ਹੀ ਕਿ ਕਿੱਥੇ ਕਿਤੇ ਮੋਟਰਸਾਈਕਲ ਕਿਸੇ ਨੇ ਖੜੀ ਕਰ ਦੇਣੀ ਹੈ ਨਾ, ਤੇ ਉਹ ਉਹਨਾਂ ਨੇ ਗਾਲਾਂ ਵੀ ਕੱਢਣੀਆਂ, ਲੱਤ ਵੀ ਮਾਰਨੀ ਕਿ ਕਿੰਨੇ ਖਿਲਾਰੀ ਮੋਟਰਸਾਈਕਲ, ਕਿੰਨੇ ਕਿਉਂ ਖਿਲਾਰੀ ਹੈ। ਤੇ ਅਦੀਲ ਕੀ ਹੋ ਗਿਆ ਸੀ? ਅਦੀਲ ਵੀ ਤੇ ਉਹਨਾਂ ਦਾ ਹੀ ਬੰਦਾ ਸੀ ਨਾ। ਅੱਛਾ ਬੱਚਾ ਸੀ, ਮਿਹਨਤ ਮਜ਼ਦੂਰੀ ਕਰਦਾ ਸੀ, 500-700 ਰੁਪਏ ਦਿਹਾੜੀ ਲੈਂਦਾ ਸੀ। ਅਦੀਲ ਪਿਸਤੌਲ ਚੁੱਕ ਕੇ ਨਿਆਜ਼ੀ ਸਾਹਿਬ ਦੇ ਟੁਰਿਆ ਫਿਰਦਾ ਹੈਗਾ, ਤਸਵੀਰਾਂ ਵੀ ਨੇ, ਇਹ ਕੀ ਚੱਕਰ ਹੈ? ਜ਼ਾਹਰੀ ਬਾਤ ਹੈ ਕਿ ਜਦੋਂ ਉਹਨੇ ਬੁਰਾ ਭਲਾ ਕਹਿਣਾ, ਇੱਕ ਨਾ ਇੱਕ ਦਿਨ ਤੇ ਉਹਦੀ ਗੈਰਤ ਜਾਗਣੀ ਸੀ। ਨਹੀਂ ਮਾਰਨ ਦੀ ਗੱਲ ਹੀ ਨਹੀਂ ਕਰ ਰਿਹਾ। ਮੁxtਲਿਫ ਤਸਵੀਰਾਂ ਨਿਆਜ਼ੀ ਸਾਹਿਬ ਤੇ ਉਹਨਾਂ ਦੇ ਫਾਰਮ ਹਾਊਸ ਤੇ ਹੈਗੀਆਂ ਨੇ ਅਦੀਲ ਦੀਆਂ ਕਿ ਪਿਸਤੌਲ ਨਾਲ ਰੱਖਿਆ ਹੈ, ਯਾਨੀ ਕਿ ਆ ਗਿਆ। ਉਹ ਕਿਆ ਨਿਆਜ਼ੀ ਸਾਹਿਬ ਨੂੰ ਨਾਲ ਜਾਂਦੇ ਸੀ, ਜਿੱਥੇ ਜਾਣਾ ਹੋਏਗਾ ਨਾ ਉਹਨੇ ਨਾਲ ਜਾਣਾ। ਅਦੀਲ ਨੂੰ ਕਿਉਂ? ਅਦੀਲ ਫਿਰ ਕੰਮ ਸਿੱਖਦਾ ਸੀ ਜਾਂ ਨਿਆਜ਼ੀ ਸਾਹਿਬ ਦੀ? ਨਿਆਜ਼ੀ ਸਾਹਿਬ ਕੋ ਡਰਦਾ ਹੀ ਬਹੁਤ ਜ਼ਿਆਦਾ ਸੀ, ਲੇਕਿਨ ਉਹਨੂੰ ਰਾਤ ਵੀ ਕਾਲ ਆਂਦੀ ਸੀ ਨੇ 11-12 ਵਜੇ ਤੱਕ ਉੱਠ ਕੇ ਆ ਜਾਂਦਾ ਸੀ ਮੁੰਦੀ ਰੈਸਟ। ਉਹਦਾ ਘਰ ਇੱਥੇ 100 ਫੁੱਟੇ ਰੋਡ ਤੇ? ਹਾਂਜੀ, ਉਹ ਮੇਰੇ ਘਰ ਤੋਂ ਥੋੜਾ ਨਜ਼ਦੀਕ ਹੀ ਹੈ। ਜਾਣਦੇ ਹੋ ਅਦੀਲ ਨੂੰ? ਮੇਰਾ ਯਾਰ ਦੋਸਤ। ਕਿੰਨੇ ਅਰਸੇ ਤੋਂ? ਕਾਫੀ ਅਰਸੇ ਤੋਂ। ਹੁਣ ਅਦੀਲ ਤੇ ਗਿਆ, ਚਲੋ ਉਹ ਤੇ ਗਿਆ ਨਾ, ਜ਼ਾਹਿਰ ਉਹਨੇ ਜੋ ਵੀ ਸਜ਼ਾ ਹੋਏਗੀ, ਜੁਰਮ ਉਹਨੇ ਕਬੂਲ ਕਰ ਲਿਆ ਹੈ, ਅਦਾਲਤ ਤੋਂ ਸਜ਼ਾ ਹੀ ਹੋਣੀ ਹੈ, ਦੂਜਾ ਰਸਤਾ ਤੇ ਹੈ ਕੋਈ ਸਜ਼ਾ ਦੇਗੀ ਤੇ ਕਬੂਲ ਹੈ। ਜਿਹੜਾ ਕਰਦੇ ਪੈਣ ਇਸ ਪੁਆਇੰਟ ਤੇ ਅਦੀਲ ਪਹੁੰਚਿਆ ਕਿਉਂ? ਬਸ ਇਹੀ ਸਾਰਿਆਂ ਨੂੰ ਇਹੀ ਪਤਾ ਹੈ ਕਿ ਗਾਲੀ ਇੱਕ ਦਿਨ ਪਹਿਲੇ ਗਾਲੀ ਗਲੋਚ ਤੋਂ ਕਰਨਾ, ਮੈਂ ਖੁਦ ਆਪਣੀ ਅੱਖੋਂ ਨਾਲ ਦੇਖਿਆ, ਉਹਦੇ ਕਤਲ ਹੋਣ ਤੋਂ ਇੱਕ ਦਿਨ ਪਹਿਲੇ ਉਹਨੂੰ ਗਾਲਾਂ ਕੱਢਦਾ ਪਿਆ ਦਿਲ ਨੂੰ। ਕਿਸ ਗੱਲੋਂ ਗਾਲਾਂ ਕੱਢਦਾ ਪਿਆ? ਪਹਿਲੀ ਮੇਨ ਗੱਲ ਹੈ, ਇਹ ਮਾਰਕੀਟ ਦੇ ਵਿੱਚ ਜਿੰਨੀਆਂ ਦੁਕਾਨਾਂ ਨੇ, ਇਸ ਦੁਕਾਨਾਂ ਤੇ ਤਕਰੀਬਨ ਪੂਰੀ ਮਾਰਕੀਟ ਦੇ ਵਿੱਚ ਤੁਸੀਂ ਖੁਦ ਜਾ ਕੇ ਦੇਖ ਸਕਦੇ ਹੋ, ਤੁਸੀਂ ਬਿੱਲ ਇਕੱਠੇ ਕਰੋ, ਬਿੱਲ ਨਹੀਂ ਤੁਹਾਨੂੰ ਲੱਭਣ ਦੇ ਦੁਕਾਨਾਂ। ਕਿਉਂ? ਬਿੱਲ ਐਸ ਕੋਲ ਨਹੀਂ ਤੁਹਾਨੂੰ ਲੱਭਣ। ਬਿਜਲੀ ਕਰੀ ਨਾ SHO ਖੁਦ ਕਰਿਆ, ਇਹਨਾਂ ਕੋਲੋਂ ਮਹੀਨਾ ਲੈਂਦਾ ਸੀ, ਤਕਰੀਬਨ ਮੀਟਰ ਚੰਦ ਲੱਗੇ ਹੋਏ ਨੇ। ਮੈਨੂੰ ਤੋਂ ਇਹ ਕਿਨਾ ਨਿਆਜ਼ੀ ਸਾਹਿਬ ਦਾ ਮੀਟਰ ਵਿਖਾ ਸਕਦੇ ਹੋ ਕਿੱਥੇ ਲੱਗਾ ਹੈ? ਨਿਆਜ਼ੀ ਸਾਹਿਬ ਦਾ ਇੱਕ ਸਾਈਡ ਤੇ ਲੱਗਾ ਹੈ। ਚੱਲਦਾ ਮੀਟਰ? ਬਿਜਲੀ ਚੋਰੀ ਤਾਂ ਨਹੀਂ ਸੀ? ਚੋਰੀ ਦੀ ਹੈ, ਬਿਲਕੁਲ ਚੋਰੀ ਦੀ ਮੀਟਰ। ਪੱਕੀ ਗੱਲ ਕਰੋ? ਪੱਕੀ 100%। ਬਿਜਲੀ ਨਿਆਜ਼ੀ ਸਾਹਿਬ ਦੀ ਚੋਰੀ ਦੀ ਚੱਲਦੀ ਸੀ ਭੈਣ? ਹਾਂਜੀ ਹੈ? ਹਾਂਜੀ ਬਿਲਕੁਲ ਚੋਰੀ ਦੀ। ਕਿੱਥੋਂ ਕਨੈਕਸ਼ਨ ਕਿੱਥੋਂ ਲੱਗੇ ਹੋਏ ਨੇ? ਆਓ ਜ਼ਰਾ ਅੱਗੇ ਆਓ। ਇਹ ਤਾਰਾਂ ਜਾ ਰਹੀਆਂ ਨੇ ਉੱਤੇ? ਹਾਂਜੀ ਸਰ, ਇਹ ਤਾਰ ਡਰਕ ਜਾ ਰਹੀ ਹੈ, ਇਹ ਲਾਲ ਤਾਰ ਲੱਗੀ ਹੋਈ ਹੈ। ਹਾਂ ਇਹ ਪੈਨ ਕਰੋ ਯਾਰ। ਥੋੜੇ ਦਿਨ ਪਹਿਲੇ ਇਹ ਸਾਰੀਆਂ ਡਾਇਰੈਕਟ ਤਾਰਾਂ ਨੇ? ਹਾਂਜੀ, ਇਹ ਜਿੰਨੀ ਵੀ ਮਾਰਕੀਟ ਦੇ ਵਿੱਚ ਤਾਰ, ਲੇਕਿਨ ਇਹ ਮੀਟਰ ਟੰਗਿਆ ਹੋਇਆ ਯਾਰ ਥੱਲੇ। ਮੀਟਰ ਸਰ ਟੰਗਿਆ ਹੋਇਆ ਹੈ, ਤੇ ਲੇਕਿਨ ਇਹ ਤਾਰ ਜਰੀ ਨੇ, ਇਹ ਦੇਖੋ। ਹਾਂ ਅੱਗੇ ਆਓ। ਇਹ ਦੇਖ ਸਕਦੇ ਹੋ, ਓਏ ਹੋਏ 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 ਉੱਪਰ ਜਾ ਰਹੀ ਹੈ। ਇੱਧਰ ਆਓ ਜੀ, ਇੱਧਰ ਆਓ। ਕੋਈ ਡੰਡਾ ਦਿਓ ਮੈਨੂੰ, ਡੰਡਾ ਦਿਓ। लो मैं तो गल दसा, मैं आपको ईमानदारी से बताऊं, जाने वाला चला गया है, लेकिन एक चीज याद रखे, पुलिस का हर वो जिम्मेदार, हर वो ताकतवर शख्स जो ये समझता है कि इक्तदार वो रब से लिखवा कर लाया और मरना मुरना कोई नहीं। भाई एक बात याद रखें, आप कुर्सी से उतरे, लोग जिनके चेहरों पर आपने हाथ रखे, मैं आपका हाथ हटा, भाई खल्के खुदा बोलेगी। ये देखें, ये तार ऊपर से पीछे से मेन लाइन आ रही है, यहां से कुंडी पड़ गई है, मीटर इससे आगे है, तो कुंडी पे आ गई तो कहानी खत्म। यानी ये कुंडियों पर चलने वाला मामला। लो ए तो बिजली चोरी भी निकल आई है भाईजान, ए सारी मार्केट ही बिजली चोरी ते चलदी ਜੀ ਭਾਈ ਜੀ, ਸਾਰੀ ਮਾਰਕੀਟ ਬਿਜਲੀ ਚੋਰੀ ਤੇ ਚੱਲਦੀ ਹੈ। वजह की सी इत्थे कि नियाजी साहब दा कयाम है? ਨਿਆਜ਼ੀ ਸਾਹਿਬ ਦਾ ਕਿਆ ਹੈ ਜੀ? ਉਹ ਖੁਦ ਪੈਸੇ ਕਰੇ ਨਾ, ਮਹੀਨੇ ਬਾਅਦ ਉਹਨਾਂ ਕੋਲ ਖੁਦ ਪੈਸੇ ਲੈਂਦੇ ਸੀ, ਤੇ ਲੇਕਿਨ ਕੋਈ 20 ਕੁ ਦਿਨ ਪਹਿਲੇ ਆਏ ਨੇ, ਵਾਟ ਵਾਲੇ ਆਏ ਨੇ, ਉਹਨਾਂ ਨੇ ਆ ਕੇ ਨਾ ਇਹ ਫੜਿਆ। ਹਾਂ ਤਕਰੀਬਨ ਟੀਮ ਆਈ, ਉਹਨਾਂ ਦੀ ਟੀਮ ਆ ਕੇ ਫੜੀ ਹੈ। ਉਹ ਤਾਂ ਅਚਾਨਕ SHO ਆ ਗਿਆ। SHO ਨੇ ਉਹਨਾਂ ਦੇ ਨਾਲ ਬਦਤਮੀਜ਼ੀ ਕੀਤੀ ਹੈ, ਉਹ ਵਾਟਾ ਦੇ ਨਾਲ ਵੀ। ਜਿਹੜੇ ਮੁਲਾਜ਼ਮ ਆਏ ਸੀ, ਉਹਨਾਂ ਨੇ ਕਿਹਾ ਸਾਨੂੰ STO ਦਾ ਹੁਕਮ ਹੈ। ਖੁਦ ਯੂਨੀਫਾਰਮ ਦੇ ਵਿੱਚ ਸੀ, ਇਹ ਚਲੇ ਗਏ ਨੇ। ਦੁਬਾਰਾ ਅੱਧੇ ਪੌਣੇ ਘੰਟੇ ਬਾਅਦ ਆਏ ਨੇ, ਉਹ ਮੀਟਰ ਨਿਊ ਟੰਗ ਕੇ ਗਏ ਨੇ, ਉਹ ਮੀਟਰ ਨਹੀਂ ਲਾ ਕੇ ਗਿਆ ਦੁਬਾਰਾ, ਮੀਟਰ ਲਾ ਕੇ ਗਏ ਨੇ। ठीक हो गया नाज़रीन, मैं क्या कह सकता हूँ, मैं आपको ईमानदारी से बताऊं, रब ताला माफ फरमाए, मरहूम के कोई गुनाह है उसको भी माफ कर दे, जो मरहूम के मुतासरीन है अल्लाह उनके लिए भी आसानी का मामला करे। लेकिन ये बात मैं आपको बता दूं, हर अख्तियार रखने वाले शख्स के लिए लम्हा फिक्रिया है कि आपकी बगल में मौजूद, आपकी उंगली पकड़ के सीखने वाले लोग आपके गले तक हाथ पहुंचा सकते हैं अगर आप बदबख्ती की तारीख लिखना बंद नहीं करते। तो मिलते हैं ब्रेक के बाद। नाज़रीन, प्रोग्राम में एक बार फिर से खुशामदीद। शेराकोट में मौजूद हैं और इंस्पेक्टर सैफुल्लाह नियाजी के कत्ल के हवाले से कुछ तहकीकात करने की कोशिश कर रहे हैं और आपके सामने अब एक बड़ा इंकशाफ करने जा रहा हूं जो इससे पहले कहीं नहीं किया गया कि सैफुल्लाह नियाजी के कत्ल की बुनियादी वजह क्या बनी है। कौन सी ऐसी बदबख्ती थी जिस बदबख्ती ने सैफुल्लाह नियाजी को इस अंजाम तक पहुंचाया और वहीं उसके हाथ से सिखाए हुए साथ चले हुए शख्स ने उसकी जान ले ली है। दोनों ने जुल्म किया है,
لیکن اس ظلم کے پیچھے جو کہانی ہے وہ آپ کے سامنے رکھنے جا رہا ہوں، لیکن وہیں اللہ تعالیٰ سے عبرت پکڑنے کی بھی دعا کرتا ہوں۔ مسئلہ ہماری اطلاعات کے مطابق شروع ہوا ہے، تمام چیزیں شیر و شکر چل رہی تھیں، حرام مل کر کھایا جا رہا تھا، لیکن مال کی تقسیم سے پھڈا ہوتا ہے، اور تقسیم جو ہے وہ جان لے جاتی ہے اور دوسرے کو بیہائنڈ دا بارز پہنچا دیتی ہے۔ یہ علاقہ، یہ اوپر سیف اللہ نیازی کی رہائش ہے جی، یہ جگہ سیف اللہ نیازی کی رہائش تھی، یہاں سے بجلی چوری کی جاتی ہے اور بجلی چوری کر کے مختلف دکانوں کو بیچی بھی جاتی تھی، اور یہ بیچنے کا کام خود سیف اللہ نیازی مبینہ طور پر کرتے تھے۔ کچھ دن پہلے وابڈا کی ایک ٹیم آتی ہے اور وہ ٹیم یہاں پر آ کر ریڈ کرتی ہے، سیف اللہ نیازی ان یونیفارم آتے ہیں، آ کر معاملے کو سیٹل کرنے کی کوشش کرتے ہیں، اور مبینہ طور پر کچھ تلخ کلامی وابڈا کے اہلکاروں کے ساتھ بھی ہوتی ہے، اور وہ کہتے ہیں کہ جناب صاحب دا حکم ہے کی کر سکنے ہیں۔ تو اس کے بعد یہ ایک میٹر جو ہے پرانا بھی نہیں، ایک نیا میٹر لا کر یہاں لٹکا دیا جاتا ہے، لیکن کرنٹ سچویشن بھی یہ ہے کہ یہ لائن آ رہی ہے جی کھمبے سے، اس پر کوئی میٹر نہیں ہے، ایون دو یہ لیں میٹر میں پہنچنے سے پہلے اوپر کنڈی ڈال گئی ہے اور یہ کنڈی اوپر چلی گئی، یہ دوسری تاریں۔ اب پرابلم یہاں سے ہوتا ہے کہ ایک دکان سے، اور وہ دکاندار بھی یہی ہیں، ایک دکان سے 4500 روپیہ بجلی کے بل کی مد میں بھتہ وصول کیا جاتا ہے، کیونکہ ٹریکٹر ورک شاپ سے نا یہاں پر پلانٹ چلتا ہے، یہاں بجلی کا بل اگر میٹر پہ آئے گا تو اتنا بڑا آئے گا، لیکن اگر سیف اللہ نیازی صاحب کی ناک کے نیچے چوری کروا کر دیا جائے گا تو 4500 میں کہانی ختم ہو جائے گی۔ یہ لڑکا عادل ریکوری ایجنٹ تھا، اس کی ذمہ داری تھی پیسے لے کر آگے صاحب کو پہنچانا، اور کیسے نہ پہنچاتا، یوں کر کے جب صاحب، وہ ڈائیلاگ بھی میں آپ کو بھی سنواؤں گا، اتنا پھکڑ تول کر جب وہ گالی نکال کر کہتے تھے لوریے اے، خود تو میاں والی سے تھے نا کہ لوریے اے نے، تو پھر وہ بیچارے مزدور محنت کش کیا کریں گے، کنی کو دفعہ اپنی کنڈ کٹا لیں گے۔ وہ بچے نے 4500 روپیہ دکاندار سے لیے اور 4000 روپیہ آگے پہنچائے، 500 روپیہ اس نے اپنے پاس مبینہ طور پر رکھ لیے۔ سیف اللہ نیازی کے پاس جب 4000 پہنچے، سیف اللہ نیازی کی کہیں دکاندار سے بات ہوگی، اس نے کہا جناب میں تے 4000 نہیں دیتا، میں تے 4500 دیتا ہے۔ تو نیازی صاحب فون کرتے ہیں، یہ 700 فٹا روڈ ہے، وہاں پر ملزم عدیل کی رہائش ہے، فون کرتے ہیں، ملزم کا باپ فون اٹھاتا ہے، اور پھر اتنی بڑی گالیاں اس کے باپ کو نکالی جاتی ہیں۔ وجہ 500 روپے کی تنازعہ، یہ لڑائی گالی سے زیادہ 500 روپے سے تنازعہ شروع ہوا ہے، اس کے بعد اس کے باپ کو گالیاں نکالی ہیں، جب اس کے باپ کو گالیاں نکالی ہیں وہ آئے، اس نے کام کر دیا، اور یہ کام اس وقت ہوا ہے جس وقت کم سے کم خطرہ محسوس ہو رہا تھا، کیونکہ یہی عدیل بچہ جو ہے یہ سیف اللہ نیازی کا غیر قانونی سیکیورٹی پرسنل بھی رہ چکا ہوا ہے، یہ ان کا پستول بھی اٹھاتا رہا ہے، تصاویر موجود ہیں، ان کے مہمانوں کو بھی اس نے ڈیل کرنا ہے، ان کی حرام کی مبینہ طور پر ساری کمائی جو ہے اس بچے نے ریکور کر کے دینی ہوتی تھی۔ میں لٹرلی میرا کلیجہ جل رہا ہے یہ بات کرتے ہوئے ایک مر جانے والے شخص کے حوالے سے، لیکن زندہ زیادہ قیمتی ہیں۔ میں مر جانے والے کی کیسے گناہوں پر پردہ ڈال سکتا ہوں جو زندوں کے ساتھ کیا ہوا ہے؟ میرے سامنے رب چیزیں لے کر آیا، میں کیسے ان کو گول کر جاؤں؟ یہ لمحہ فکریہ تمام پولیس ملازمین کے لیے، اور ڈوب مرنے کا مقام ہے ان لوگوں کے لیے جو یہ تمام چیزیں سامنے آنے کے بعد بھی کہتے ہیں انڈر دا کارپٹ کرو، نہیں اسی نہیں سنیا، اسی نہیں بیکھیا، کیسے چیزیں ٹھیک کریں گے؟ یہ غریب عوام ہے بھائی، ان کے کمر پہ 2 لتر مارو گے، پولیس افسر مارے گا، وہ کہیں گے بھائی میں نے تیسرا نہیں کھانا، کراؤ کی کرانا ہے، وہ کرنے کے لیے تیار ہو جائیں گے، مجبور ہو جائیں گے، مشکل میں چلے جائیں گے،